श्री वाहिगुरु साहिब जीओ। सतनाम श्री वाहिगुरु साहिब जीओ। श्री नानक अंगद गुरु अमरदास पदबंद। रामदास अर्जन गुरु बर श्री हरगोबिंद। हरि राय हर कृष्ण गौर तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है मानक भगत वैराग। गुरु ग्रंथ साहिब दद बंदों कर अनुराग। श्री गुर शब्द कमाए जिन जीते पंच विकार। तिन संतन का बंदना सिर चरणन पर तार। एक ओंकार सतगुरु देह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा एक दिन बैठे सभा मह श्री सतगुर हर राय। संगत दर्शन को करह मन वांछित फल पाए। एक दिन बैठे सभा मह वाहिगुरु जी का खालसा वाहिगुरु जी की फतेह। हर किया कथा कहानिया गुरमीत सुनाइया। बलिहारी गुर अपने गुरु को बल जाइया। परम सन्मान योग सतगुਰਾਂ ਦੀ ਸਾਜੀ ਅਤੇ ਨਿਵਾਜੀ। गुरु प्यारे गुरु सवारे गुरु स्वरूप गुरु खालसा साध संगत जीओ। बहुत ही वड भागे हो जो कि संध्या काल दे सजे होए पावन पवित्र दरबारां अंदर चवर तखत छत्र दे मालक गुरता गद्दी पर विराजमान दसों ही पातशाहियां दे आत्मिक स्वरूप। जाहरा जहूर हाजरा हजूर सर्ब कला भरपूर। धन 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 सतगुरु साहिब श्री गुरु ग्रंथ साहिब महाराज साहिब जी दियां पावन पवित्र हाजरियां भर रहे हो। सजे हुए पावन पवित्र संध्या काल दे दीवाना अंदर अमृत रूप चल रही। लड़ीवार
ਗੁਰ ਇਤਿਹਾਸ ਦੀ ਪਾਵਨ ਕਥਾ ਵਿਚਾਰ ਦਾ ਸਮਾਂ ਹੋਇਆ। ਸੰਕਲਪਾਂ ਵਿਕਲਪਾਂ ਦੇ ਤਾਈਂ ਪ੍ਰਸ਼ਿੰਨ ਕਰਦੇ ਹੋਇਆ, ਮਨੋਬਿਰਤੀਆਂ ਦੇ ਤਾਈਂ ਇਕਾਗਰ ਕਰਦੇ ਹੋਇਆ, ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸਾਹਿਬ ਜੀ ਕੀਰਤਪੁਰ ਸਾਹਿਬ ਨਗਰੀ ਅੰਦਰ ਨਿਵਾਸ ਕਰਦੇ ਸਿੱਖ ਸੰਗਤਾਂ ਦੀ ਕਲਿਆਣ ਕਰ ਰਹੇ ਹੈ। ਸਤਿਗੁਰੂ ਜੀ ਜੋ ਕਿ ਪ੍ਰੇਮ ਦੇ ਪਾਸ ਦੇ ਵਿੱਚ ਬੱਝਣ ਵਾਲੇ ਹੈ ਕਿ ਐ ਮੇਰੀ ਬੰਦੀ ਭਗਤ ਛੁਡਾਵੈ, ਬੰਧੈ ਭਗਤ ਨ ਛੂਟੈ ਮੋਹਿ, ਏਕ ਸਮੈ ਮੋਕੋ ਗਹਿ ਬੰਧੈ, ਤਉ ਫੁਨ ਮੋਹ ਪੈ ਜਵਾਬ ਨ ਹੋਏ। ਜੋ ਸਤਿਗੁਰੂ ਜੀ ਪ੍ਰੇਮ ਦੇ ਵਸੀਕਾਰ ਹਨ। ਇੱਕ ਬਿਰਧਾ ਮਾਈ ਜਿਸ ਨੇ ਬੜੇ ਸਨੇਹ ਨਾਲ ਭੋਜਨ ਤਿਆਰ ਕੀਤਾ ਤੇ ਗੁਰਾਂ ਨੂੰ ਛਕਾਉਣ ਦੀ ਮਨਸ਼ਾ ਇੱਛਾ ਹੀ ਦੇ ਅੰਦਰ, ਪਰੰਤੂ ਆਪਣੇ ਘਰ ਦੀ ਦਰਿਦਰਤਾ ਨਿਰਧਨਤਾ ਨੂੰ ਵੇਖਦਿਆਂ ਹੋਇਆ ਸਤਿਗੁਰਾਂ ਨੂੰ ਆਮੰਤਰਿਤ ਨਹੀਂ ਕਰ ਸਕਦੀ ਤੇ ਮਨ ਹੀ ਮਨ ਦੇ ਵਿੱਚ ਸਤਿਗੁਰਾਂ ਨੂੰ ਆਰਾਧ ਰਹੀ ਹੈ। ਇੱਧਰ ਸਤਿਗੁਰੂ ਜੀ ਸ਼ਿਕਾਰ ਖੇਲਣ ਵਾਸਤੇ ਚੜ੍ਹੇ ਤੇ ਉਸ ਬਿਰਧਾ ਮਾਈ ਦੇ ਕੋਲ ਜਾ ਕੇ ਭੋਜਨ ਦੀ ਮੰਗ ਕੀਤੀ ਹੈ। ਖੁਸ਼ੀ ਦੀ ਹੱਦ ਨਾ ਰਹੀ। ਸਤਿਗੁਰਾਂ ਨੂੰ ਬੜੇ ਸਨੇਹ ਨਾਲ ਭੋਜਨ ਛਕਾਇਆ ਤੇ ਛਕ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਬੇਅੰਤ ਵਰ ਵੀ ਦਿੱਤੇ ਤੇ ਫਿਰ ਸ਼ਿਕਾਰ ਖੇਲਣ ਗਏ। ਸਿੱਖਾਂ ਸਤਿਗੁਰਾਂ ਦੇ ਅੱਗੋਂ ਬਚਨ ਕੀਤੇ ਕਿ ਇਸ ਮਾਈ ਨੇ ਪਤਾ ਨਹੀਂ ਸੱਚਮਤਾ ਨਾਲ ਕੀਤਾ ਹੋਵੇਗਾ ਤਿਆਰ ਭੋਜਨ ਕਿ ਨਹੀਂ, ਤੇ ਆਪ ਜੀ ਨੇ ਵੀ ਜਲ ਨਹੀਂ ਵਰਤਿਆ, ਉਹੀ ਭੋਜਨ ਛਕ ਲਿਆ। ਕਿ ਸਤਿਗੁਰੂ ਜੀ ਕਹਿਣ ਲੱਗੇ, ਗੁਰਸਿੱਖੋ ਮਰਜ਼ਾਦਾ ਸਰੀਬੋ ਪਰੀ ਹੈ, ਪਰੰਤੂ ਪ੍ਰੇਮ ਦੇ ਅੱਗੋਂ ਮਰਜ਼ਾਦਾ ਜਿਹੜੀ ਹੈ ਉਹ ਵਿਫਲ ਹੋ ਜਾਂਦੀ ਹੈ। ਪ੍ਰੇਮ ਦੇ ਅੱਗੇ ਮਰਜ਼ਾਦਾ ਦਾ ਕੋਈ ਨਿਯਮ ਕਾਇਮ ਨਹੀਂ ਰਹਿ ਸਕਦਾ। ਪ੍ਰੇਮ ਮਰਜ਼ਾਦਾ ਤੋਂ ਉੱਪਰ ਹੈ ਤੇ ਅਸੀਂ ਪ੍ਰੇਮ ਦੇ ਨਾਲ ਤਿਆਰ ਕੀਤਾ ਉਸ ਬਿਰਧਾ ਮਾਈ ਦਾ ਭੋਜਨ ਛਕਿਆ, ਜਿਹਦੇ ਵਿੱਚੋਂ ਐਸਾ ਰਸ ਆਇਆ ਕਿ ਅੰਮ੍ਰਿਤ ਦਾ ਵੀ ਐਸਾ ਰਸ ਨਹੀਂ ਹੁੰਦਾ। ਇਉਂ ਪ੍ਰੇਮ ਦੀ ਮਹੱਤਵਤਾ ਸਿੱਖਾਂ ਦੇ ਤਾਈਂ ਜਣਾਉਂਦੇ ਆ। ਸ਼ਿਕਾਰ ਖੇਲਣ ਉਪਰੰਤ ਪਾਤਸ਼ਾਹ ਵਾਪਸ ਕੀਰਤਪੁਰ ਸਾਹਿਬ ਨਗਰੀ ਆਏ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕੀਤਾ ਤੇ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਦੂਹਰਾ ਇੱਕ ਦਿਨ ਬੈਠੇ ਸਭਾ ਮਹਿ। ਇਸੀ ਤਰ੍ਹਾਂ ਸਾਧ ਸੰਗਤ ਇੱਕ ਦਿਨ ਦੀ ਗਾਥਾ ਹੈ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਸਭਾ ਦੇ ਵਿੱਚ ਦੀਵਾਨ ਦੇ ਵਿੱਚ ਸਜੇ ਹੋਏ ਆ। ਸ੍ਰੀ ਸਤਿਗੁਰੂ ਹਰਿਰਾਏ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸਾਹਿਬ ਜੀ ਸੰਗਤ ਦਰਸ਼ਨ ਕੂ ਕਰਹਿ। ਸਿੱਖ ਸੰਗਤਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚ ਕੇ ਗੁਰਾਂ ਦੇ ਪਾਵਨ ਦਰਸ਼ਨਾਂ ਨੂੰ ਪ੍ਰਾਪਤ ਕਰਦੀਆਂ। ਮਨ ਬਾਸ਼ਤ ਫਲ ਪਾਏ ਜਥਾ ਸ਼ਕਤ ਨਜਰਾਨੇ ਗੁਰੂ ਚਰਨਾਂ ਕਮਲਾਂ ਵਿੱਚ ਹਾਜ਼ਰ ਕਰਕੇ ਮਨੋ ਬਾਸ਼ਤ ਵਰਾਂ ਨੂੰ ਸੰਗਤਾਂ ਪ੍ਰਾਪਤ ਕਰਦੀਆਂ। ਸਵਈਆ ਛੰਦ
ਦੇਸ ਵਿਦੇਸ ਵਿਸ਼ੇਸ਼ ਸੰਗਤਾਂ। ਦੇਸ਼ਾਂ ਤਥਾ ਵਿਦੇਸ਼ਾਂ ਦੇ ਵਿੱਚੋਂ ਬੇਅੰਤ ਹੀ ਸਿੱਖ ਸੰਗਤਾਂ ਦਰਸ ਅਸ਼ੇਸ਼ ਕਰਤ ਹੈ ਆਏ। ਅਸ਼ੀਸ਼ ਕਈਏ ਸਮੂਹ ਸੰਗਤਾਂ ਆ ਕੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰਦੀਆਂ। ਸਤਿਗੁਰਾਂ ਦੇ ਪਾਵਨ ਦਰਸ਼ਨਾਂ ਦਾ ਅੰਮ੍ਰਿਤ ਨੇਤਰਾਂ ਰੂਪੀ ਡੋਨਿਆਂ ਦੇ ਨਾਲ ਪਾਨ ਕਰਦੀਆਂ। ਜਹ ਕਹੈ ਸੋ ਜਸ ਬਿਸਦ ਜਗ ਪੂਰਨ। ਜਿੱਥੇ ਕਿਥੇ ਵੀ ਸਤਿਗੁਰੂ ਗੁਰੂ ਹਰਿ ਸਾਹਿਬ ਜੀ ਦਾ ਉਜਵਲ ਜਸ ਜਗਤ ਦੇ ਵਿੱਚ ਪੂਰਨ ਹੋ ਰਿਹਾ ਹੈ। ਮਨੋ ਚਾਂਦਨੀ ਬੜ ਦਿਪਤਾਏ। ਮਾਨੋ ਕਿ ਪੂਰਨਮਾਸ਼ੀ ਵਾਲੇ ਦਿਨ ਜੈਸੇ ਚੰਦਰਮਾ ਦੀ ਚਾਂਦਨੀ ਪ੍ਰਕਾਸ਼ਿਤ ਹੁੰਦੀ ਹੈ, ਇਉਂ ਸਤਿਗੁਰਾਂ ਦਾ ਸ਼ੀਤਲ ਤੇ ਉਜਵਲ ਜਸ ਸਮਸਤ ਜਗਤ ਦੇ ਵਿੱਚ ਵਿਸਤ੍ਰਿਤ ਹੋ ਰਿਹਾ ਹੈ। ਕਰਾਮਾਤ ਸਾਹਿਬ ਉਪਕਾਰੀ। ਕਰਾਮਾਤ ਦੇ ਸਹਿਬ ਮਾਲਕ ਤੇ ਪਰਉਪਕਾਰੀ ਗੁਰੂ ਹਰਿ ਸਾਹਿਬ ਜੀ। ਜਥਾ ਬਚਨ ਮੈਂ ਕਹਿ ਤਿਮ ਹੋਏ ਜਾਏ। ਜਥਾ ਸਤਿਗੁਰੂ ਜੀ ਬਚਨ ਕਰਦੇ ਆ ਤਥਾ ਹੀ ਹੋ ਜਾਂਦਾ ਹੈ। ਸਤਿਗੁਰਾਂ ਦੇ ਬਚਨ ਜਿਹੜੇ ਹੈ ਉਹ ਜੈਸੇ ਵੀ ਰਸਨਾ ਤੋਂ ਨਿਕਲਦੇ ਆ ਤਥਾ ਹੀ ਸੱਤੇ ਹੁੰਦੇ ਆ। ਰਿਸ ਪ੍ਰਸਨਤਾ ਸਫਲ ਤੁਰਤ। ਚਾਹੇ ਰਿਸ ਕਹੀਏ ਵੀਰ ਰਸ ਤਥਾ ਕ੍ਰੋਧ ਵਿੱਚ ਕੋਈ ਸਰਾਪ ਵਾਲੇ ਬਚਨ ਸੁਭਾਵਕ ਰਸਨਾ ਤੋਂ ਨਿਕਲ ਜਾਣ, ਜਾਂ ਪ੍ਰਸੰਨਤਾ ਪੂਰਵਕ ਵਰ ਵਾਲੇ ਬਚਨ ਰਸਨਾ ਤੋਂ ਨਿਕਲ ਜਾਣ। ਜਿਨ ਦੇ ਬਰ ਸਰਾਪ ਨਹੀਂ ਨਿਫਲਾਏ। ਜਿਸ ਨੂੰ ਵੀ ਵਰ ਜਾਂ ਸਰਾਪ ਵਾਲੇ ਵਚਨ ਦਿੰਦੇ ਹੋ ਨਿਸ਼ਫਲ ਨਹੀਂ ਜਾਂਦੇ। ਸਤਿਗੁਰਾਂ ਦੇ ਬਚਨ ਸਤਿ ਹੁੰਦੇ ਐ। ਚੌਰ ਢੁਰਤ ਚਾਹੁੰਦੇ ਸਭ ਪਾਵਤ। ਸਤਿਗੁਰਾਂ ਦੇ ਚਾਰ ਚੁਫੇਰੇ ਚਵਰ ਢੁਰਦਾ। ਚਵਰਦਾਰ ਗੁਰਸਿੱਖ ਚਵਰ ਕਰਦੇ ਆ ਤੇ ਬਹੁਤ ਸ਼ੋਭਾ ਪਾਉਂਦਾ ਝੂਲਦਾ ਚਵਰ। ਚੋਆ ਅਤਰ ਗੰਧ ਮਹਿਕਾਏ। ਅਨੇਕ ਤਰ੍ਹਾਂ ਦੀਆਂ ਸੁਗੰਧੀਆਂ ਸਿੱਖ ਲਿਆ ਕੇ ਸਤਿਗੁਰਾਂ ਦੇ ਸਿੰਘਾਸਨ ਤੇ ਛਿੜਕਾਉਂਦੇ ਆ। ਜੈਸੇ ਅਤਰ ਫੁਲੇਲ ਚੰਦਨ ਆਦਿ ਸੁਗੰਧੀਆਂ ਛਿੜਕਾਉਂਦੇ ਆ। 101 ਪਟ ਜਾਮਾ ਗਰਮ ਹੈ। 101 ਕਲੀਆਂ ਵਾਲਾ ਜਾਮਾ, 101 ਕਲੀਆਂ ਵਾਲਾ ਚੋਲਾ। ਅੰਗ ਵਿਭੂਖਨ ਭੂਖਤ ਚਾਰ। ਗਲ ਵਿੱਚ ਧਾਰਨ ਕਰਦੇ ਤੇ ਨਾਲ ਹੀ ਜਿੱਥੇ ਸੁਨਹਿਰੀ ਬੜੇ ਸੁੰਦਰ ਵਿਭੂਖਣ ਗਹਿਣੇ ਵੀ ਜੋ ਅੰਗਾਂ ਦੇ ਧਾਰਨ ਕਰਦੇ ਉਹ ਬੜੇ ਭੂਸ਼ਿਤ ਹੁੰਦੇ ਆ, ਬੜੇ ਪ੍ਰਕਾਸ਼ਿਤ ਹੁੰਦੇ ਆ। ਕਰਹਿ ਸਿੱਖ ਅਰਦਾਸ ਅਗੇਰੇ। ਅਨੇਕਾਂ ਗੁਰਸਿੱਖ ਸਤਿਗੁਰਾਂ ਦੇ ਅੱਗੋਂ ਖਲੋ ਕੇ ਅਰਦਾਸਾਂ ਕਰਦੇ, ਬੇਨਤੀਆਂ ਕਰਦੇ ਆ। ਕਿਰਪਾ ਭਰੇ ਦ੍ਰਿਗ ਲੇਤ ਨਿਹਾਰ। ਤੇ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਜੀ ਸਿੱਖ ਸੰਗਤਾਂ ਵੱਲ ਤੱਕਦੇ ਆ, ਸਿੱਖ ਸੰਗਤਾਂ ਵੱਲ ਵੇਖਦੇ ਆ। ਆਯੁਧ ਗਹੇ ਸਥਿਤ ਗਨ ਯੋਧਾ। ਸ਼ਸਤਰ ਧਾਰਨ ਕਰਨ ਵਾਲੇ ਸੂਰਬੀਰ ਬਹਾਦਰ ਸਤਿਗੁਰਾਂ ਦੇ ਕੋਲ ਹਾਜ਼ਰ ਰਹਿੰਦੇ ਆ। ਚਹੂ ਕੂਦ ਗੁਰ ਕੇ ਪਰਵਾਰ। ਸਤਿਗੁਰਾਂ ਦੇ ਪਰਿਵਾਰ ਕਹੀਏ ਚਾਰ ਚੁਫੇਰੇ ਹੀ ਸੂਰਬੀਰ ਬਹਾਦਰ ਸ਼ਸਤਰ ਧਾਰੀ ਸੂਰਮੇ ਪਹਿਰੇ ਤੇ ਤਾਇਨਾਤ ਰਹਿੰਦੇ ਆ। ਇੱਕ ਸਿੱਖ ਹਾਥ ਜੋੜ ਕਰ ਬੋਲਿਓ। ਇੱਕ ਸਿੱਖ ਗੁਰਾਂ ਦੀ ਹਜ਼ੂਰੀ ਵਿੱਚ ਹੱਥ ਜੋੜ ਕੇ ਬੇਨਤੀ ਕਰਦੇ ਹੋਇਆ ਭਰੇ ਦੀਵਾਨ ਦੇ ਵਿੱਚੋਂ, ਸਜੇ ਦੀਵਾਨ ਦੇ ਵਿੱਚੋਂ ਇੱਕ ਸਿੱਖ ਨੇ ਹੱਥ ਜੋੜੇ, ਉੱਠ ਕੇ ਖਲੋਤਾ ਤੇ ਗਲ ਵਿੱਚ ਪਰਨਾ ਪਾ ਸਤਿਗੁਰਾਂ ਦੇ ਅੱਗੋਂ ਬੇਨਤੀ ਕਰਦਾ। ਸ੍ਰੀ ਸਤਿਗੁਰ ਤੁਮ ਨਾਥ ਅਨਾਥ। ਸਤਿਗੁਰੂ ਜੀ ਆਪ ਅਨਾਥਾਂ ਦੇ ਨਾਥ ਹੋ, ਯਤੀਮਾਂ ਦੇ ਸੁਆਮੀ ਹੋ, ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦੇ ਆਪ ਸਹਾਇਕ ਹੋ, ਦੀਨਾਂ ਦੇ ਬੰਧੂ ਹੋ ਆਪ।
ਕਿਵ ਸੇਵਾ ਰਾਵਰ ਕੀ ਕਰ ਹੈ। ਸਤਿਗੁਰੂ ਜੀ ਉਹ ਸਿੱਖ ਆਪ ਜੀ ਦੀ ਕਿਵੇਂ ਸੇਵਾ ਕਰ ਸਕਦੇ ਆ? ਜੇ ਨਿਰਧਨ ਸਿੱਖ ਪਾਏ ਨ ਆਥ। ਜਿਹੜੇ ਸਿੱਖ ਨਿਰਧਨ ਹੈ, ਜਿਨ੍ਹਾਂ ਦੇ ਕੋਲ ਕੋਈ ਆਥ ਨਹੀਂ ਹੈ, ਕੋਈ ਮਾਇਆ ਨਹੀਂ ਹੈ, ਕੋਈ ਰੋਕੜੀ ਪੂੰਜੀ ਨਹੀਂ ਹੈ, ਨਿਰਧਨ ਸਿੱਖ ਆਪ ਜੀ ਦੀ ਸੇਵਾ ਕਿਵੇਂ ਕਰ ਸਕਦੇ ਆ? ਕਿਉਂਕਿ ਆਪ ਜੀ ਦੀ ਹਜ਼ੂਰੀ ਵਿੱਚ ਬੜੇ ਬੜੇ ਧਨਵਾਨ ਗੁਰਸਿੱਖ ਆਉਂਦੇ ਆ, ਬੜੇ ਬੜੇ ਵਪਾਰੀ ਆਉਂਦੇ ਆ, ਤੇ ਬੇਅੰਤ ਨਜ਼ਰਾਨੇ ਕੋਈ ਘੋੜੇ ਲੈ ਕੇ ਆਉਂਦਾ ਹੈ, ਲੱਖਾਂ ਲੱਖਾਂ ਦੇ ਘੋੜੇ ਖਰੀਦ ਕੇ, ਕੋਈ ਕੀਮਤੀ ਸ਼ਸਤਰ ਲੈ ਕੇ ਆਉਂਦਾ ਹੈ, ਕੋਈ ਆਪ ਜੀ ਦੀ ਹਜ਼ੂਰੀ ਵਿੱਚ ਕੀਮਤੀ ਸੋਨੇ ਦੇ ਗਹਿਣੇ, ਬੇਸ਼ਕੀਮਤੀ ਵਸਤਰ ਲੈ ਕੇ ਆਉਂਦਾ ਹੈ। ਅਨੇਕ ਤਰ੍ਹਾਂ ਦੀਆਂ ਭੇਟਾਵਾਂ ਨਜ਼ਰਾਨੇ ਸਿੱਖ ਲਿਆਉਂਦੇ, ਤੇ ਜਿਹੜੇ ਨਿਰਧਨ ਹੈ, ਜਿਨ੍ਹਾਂ ਦੇ ਕੋਲ ਧਨ ਹੀ ਨਹੀਂ, ਉਹ ਗੁਰਸਿੱਖ ਆਪ ਜੀ ਦੀ ਸੇਵਾ ਕਿਵੇਂ ਕਰ ਸਕਦੇ ਆ? ਹੋਏ ਦਾਰਦੀ ਕਰੇ ਯਤਨ ਭੀ। ਜਿਹੜਾ ਸਿੱਖ ਦਰਿਦਰੀ ਹੈ, ਅਤੀ ਗਰੀਬ ਹੈ, ਉਹ ਯਤਨ ਕਰੇ ਵੀ ਤਾਂ ਵੀ ਤਉ ਨ ਪ੍ਰਾਪਤ ਕਿਤ ਧਨ ਹਾਥ। ਤਾਂ ਵੀ ਉਹਨੂੰ ਕਿਧਰੋਂ ਵੀ ਹੱਥ ਵਿੱਚ ਧਨ ਪ੍ਰਾਪਤ ਨਹੀਂ ਹੁੰਦਾ। ਅਨੇਕ ਯਤਨ ਕਰਨ ਦੇ ਨਾਲ ਵੀ ਨਿਰਧਨ ਨੂੰ ਧਨ ਪ੍ਰਾਪਤ ਨਹੀਂ ਹੁੰਦਾ। ਸੋ ਕਿਆ ਕਰੈ ਪ੍ਰਸੰਨ ਕਰਨ ਕੋ। ਉਹ ਆਪ ਜੀ ਦੀ ਪ੍ਰਸੰਨਤਾ ਹੈਤੂ, ਆਪ ਜੀ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਕੀ ਕਰੇ? ਕਿਉਂਕਿ ਵੇਖਦੇ ਹਾਂ ਸਿੱਖ ਸੰਗਤਾਂ ਆਉਂਦੀਆਂ, ਕੀਮਤੀ ਨਜ਼ਰਾਨੇ ਹਾਜ਼ਰ ਕਰਦੀਆਂ, ਤੁਸੀਂ ਸੰਗਤਾਂ ਤੇ ਪ੍ਰਸੰਨਤਾ ਧਾਰਨ ਕਰਦੇ, ਖੁਸ਼ੀਆਂ ਬਖਸ਼ਦੇ, ਵਰ ਦਿੰਦੇ, ਤੇ ਜਿਹੜੇ ਨਿਰਧਨ ਜਿਨ੍ਹਾਂ ਕੋਲ ਕੁਝ ਅਰਪਣ ਵਾਸਤੇ ਹੈ ਹੀ ਨਹੀਂ ਹੈ, ਉਹ ਆਪ ਜੀ ਦੀਆਂ ਖੁਸ਼ੀਆਂ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਆ? ਜਿਸ ਤੇ ਹੋਵੇ ਜਨਮ ਸਕਾਥ। ਜਿਸ ਕਰਕੇ ਸਿੱਖਾਂ ਦਾ ਜਨਮ ਸਕਾਰਥ ਹੋ ਸਕੇ। ਨਿਰਧਨ ਗਰੀਬ ਗੁਰਸਿੱਖਾਂ ਦੀ ਵੀ ਇਹ ਮਨੁੱਖਾਂ ਦੇ ਹੀ ਸਫਲ ਹੀ ਹੋ ਸਕੇ। ਸ੍ਰੀ ਹਰਿ ਰਾਏ ਸਭਾ ਮਹਿ ਬੋਲੇ। ਭਰੇ ਦੀਵਾਨ ਦੇ ਵਿੱਚ ਧੰਨ ਗੁਰੂ ਸ੍ਰੀ ਗੁਰੂ ਹਰਿ ਸਾਹਿਬ ਜੀ ਪਾਤਸ਼ਾਹ ਕਹਿਣ ਲੱਗੇ, ਸੋ ਮੋਹ ਸੋ ਪ੍ਰੇਮ ਕਰਤ ਸਿੱਖ ਦਾਸ। ਇਹ ਭਾਈ ਗੁਰਸਿੱਖੋ, ਜਿਹੜੇ ਵੀ ਗੁਰਸਿੱਖ, ਜਿਹੜੇ ਵੀ ਦਾਸ ਮੇਰੇ ਨਾਲ ਭਾਵ ਸਤਿਗੁਰਾਂ ਦੇ ਨਾਲ ਪ੍ਰੇਮ ਕਰਦੇ ਆ, ਸੋ ਮੁਝ ਕੋ ਪ੍ਰਿਆ ਨਿਸ ਦਿਨ ਸਿਮਰੈ। ਜਿਹੜੇ ਪ੍ਰੇਮ ਧਾਰਨ ਕਰਕੇ ਨਿਸ ਦਿਨ ਸਿਮਰੈ, ਦਿਨ ਰਾਤ ਮੈਨੂੰ ਭਾਵ ਗੁਰੂ ਨੂੰ ਸਿਮਰਦੇ ਆ, ਉਹ ਸਾਨੂੰ ਅਤੀ ਪ੍ਰਿਯ ਹੈ, ਉਹ ਸਾਨੂੰ ਅਤੀ ਪਿਆਰੇ ਹੈ। ਜਿਹੜੇ ਦਿਨ ਰਾਤ ਗੁਰੂ ਨੂੰ ਯਾਦ ਕਰਦੇ ਆ, ਪ੍ਰੇਮ ਸੰਯੁਗਤ। ਜਿਨ ਕੇ ਉਰ ਮੈਂ ਸ਼ਬਦ ਪ੍ਰਕਾਸ਼। ਜਿਨ੍ਹਾਂ ਦੇ ਉਰ ਹਿਰਦੇ ਅੰਦਰ ਗੁਰੂ ਦਾ ਸ਼ਬਦ ਪ੍ਰਕਾਸ਼ਿਤ ਹੋਇਆ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਦਾ ਪਰ ਸ਼ਬਦ ਕਈ ਉਪਦੇਸ਼ ਸਥਿਤ ਹੋ ਗਿਆ ਹੈ, ਤੇ ਸ਼ਬਦ ਕਈ ਆਤਮ ਸਰੂਪ ਬ੍ਰਹਮ ਪ੍ਰਗਟ ਹੋਇਆ ਹੈ, ਉਹ ਸਿੱਖ ਸਾਨੂੰ ਅਧਿਕ ਪ੍ਰਿਯ ਹੈ, ਉਹ ਸਿੱਖ ਸਾਨੂੰ ਅਧਿਕ ਪਿਆਰੇ ਹੈ। ਅੰਨ ਦਰਬ ਧਰ ਸ਼ਰਧਾ ਅਰਪਹਿ। ਅੰਨ ਅਥਵਾ ਧਨ ਜਿਹੜੇ ਸ਼ਰਧਾ ਧਾਰਨ ਕਰਕੇ ਅਰਪਣ ਕਰਦੇ ਆ, ਤਿਨ ਕੇ ਦਾਰਦ ਹੋਤ ਬਿਨਾਸ਼। ਉਹਨਾਂ ਦੇ ਘਰੋਂ ਦਰਿਦਰ ਵੀ ਵਿਨਾਸ਼ ਹੋ ਜਾਂਦਾ ਹੈ। ਦਰਿਦਰ ਕੀ ਹੈ? ਗਰੀਬੀ ਜਿਹੜੀ ਉਹ ਮਿਟ ਜਾਂਦੀ ਹੈ। ਇਸ ਪਰ ਇੱਕ ਇਤਿਹਾਸ ਸੁਣੀਜੈ। ਇਹਦੇ ਪ੍ਰਥਾਏ ਗੁਰਸਿੱਖੋ ਤੁਹਾਨੂੰ ਇੱਕ ਗਾਥਾ ਸੁਣਾਉਂਦੇ ਹਾਂ। ਭਇਓ ਜਥਾ ਉਰ ਧਾਰੁ ਤਾਸ। ਜਿਸ ਤਰ੍ਹਾਂ ਉਹ ਗਾਥਾ ਹੋਈ ਤਥਾ ਆਪਣੇ ਉਹ ਹਿਰਦੇ ਅੰਦਰ ਧਾਰੋ ਤੇ ਸੁਣੋ, ਤੁਹਾਨੂੰ ਸੁਣਾਉਂਦੇ ਆ। ਗੁਰੂ ਹਰਿ ਸਾਹਿਬ ਜੀ ਕਹਿਣ ਲੱਗੇ, ਸਰੋਤੇ ਗਣੋ ਸਤਸੰਗੀ ਜਨੋ ਸੁਣੋ। ਇੱਕ ਪੁਰ ਮਹਿ ਸਿੱਖ ਬਸਹਿ ਸੋ ਨਿਰਧਨ। ਇੱਕ ਨਗਰ ਦੇ ਵਿੱਚ ਨਿਰਧਨ ਬਹੁਤ ਕੰਗਾਲ ਗੁਰਸਿੱਖ ਰਹਿੰਦਾ ਸੀ। ਅੰਨ ਦਰਬ ਘਰ ਮਹਿ ਕੁਛ ਨਾਹੀ। ਉਹਦੇ ਘਰ ਦੇ ਵਿੱਚ ਨਾ ਤੇ ਅੰਨ ਅਨਾਜ ਹੀ ਸੀ
ਤੇ ਨਾ ਹੀ ਦਰਬ ਧਾਨੀ ਸੀ ਉਹਦੇ ਕੋਲ। ਨੀਠ ਨੀਠ ਕਰ ਉਦਰ ਪੂਰਨਾ, ਮਸਾਂ ਮਸਾਂ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਉਦਰ ਭਰਦਾ ਸੀ, ਪੇਟ ਭਰਦਾ ਸੀ। ਦਾਰਿਦ ਕੋ ਦੁਖ ਸਦਾ ਸਹਾਹੇ, ਤੇ ਸਦਾ ਹਮੇਸ਼ਾ ਹੀ ਦਰਿਦਰਪੁਣੇ ਦਾ, ਗਰੀਬੀ ਦਾ ਦੁੱਖ ਉਹ ਸਹਾਰਦਾ ਸੀ। ਚਿਰਾ ਚਿਰੀ ਜੋਰਾ ਤਿਸ ਗ੍ਰਹਿ ਤੇ ਰਹਿ, ਉਹਦੇ ਘਰ ਦੇ ਵਿੱਚ ਗਰੀਬ ਗੁਰਸਿੱਖ ਸੀ ਤੇ ਉਹਦੇ ਘਰ ਦੇ ਵਿੱਚ ਇੱਕ ਚਿੜਾ ਤੇ ਇੱਕ ਚਿੜੀ ਰਹਿੰਦੇ ਸੀ। ਪ੍ਰਥਮ ਜਨਮ ਸਿੱਖ ਸਿੱਖਣੀ ਆਹੇ, ਪਹਿਲੇ ਜਨਮ ਦੇ ਵਿੱਚ ਉਹ ਚਿੜਾ ਤੇ ਚਿੜੀ ਸਿੱਖਣੀ ਸੀ। ਸਿੱਖ ਤੇ ਸਿੱਖਣੀ ਦੋਨੋਂ ਹੀ ਸਨ ਨਰ ਮਾਦਾ। ਸਹਤ ਗਿਆਨ ਕੇ ਗੁਰੂ ਮਹਾਤਮ, ਤੇ ਗਿਆਨ ਸੰਯੁਗਤ ਹੋਣੇ ਕਰਕੇ ਗੁਰੂ ਦੇ ਮਹਾਤਮ ਨੂੰ ਉਹ ਜਾਣਦੇ ਸੀ। ਗੁਰੂ ਦੇ ਪ੍ਰਤਾਪ ਦੇ ਨਾਲ ਉਹਨਾਂ ਨੂੰ ਸਰੂਪ ਦਾ ਗਿਆਨ ਸੀ ਤੇ ਗੁਰੂ ਦੀ ਮਹਿਮਾ ਨੂੰ ਜਾਣਦੇ ਸੀ। ਕਿਛੂ ਕਰਮ ਤੇ ਖਗ ਤਨ ਵਾਹੇ, ਕਿਸੇ ਕਰਮਾਂ ਕਰਕੇ ਉਹਨਾਂ ਨੂੰ ਖੱਗ ਦਾ ਤਨ ਪਾਉਣਾ ਪਿਆ। ਕਿਸੇ ਕਾਰਨ ਕਰਕੇ ਉਹਨਾਂ ਨੂੰ ਇਹ ਜਿਹੜਾ ਪਕਸ਼ੀ ਦਾ ਤਨ ਪ੍ਰਾਪਤ ਹੋਇਆ। ਨਿਰਧਨ ਅਪਦਾ ਤਿਸ ਕੀ ਦੇਖਤ, ਤੇ ਜਿਸ ਘਰ ਦੇ ਵਿੱਚ ਉਹ ਰਹਿੰਦੇ ਸੀ ਚਿੜਾ ਤੇ ਚਿੜੀ, ਤੇ ਉਹ ਗਰੀਬ ਗੁਰਸਿੱਖ ਸੀ, ਅਤਿਸ਼ੇ ਨਿਰਧਨ ਗੁਰਸਿੱਖ ਸੀ। ਤੇ ਉਹ ਘਰ ਦੀ ਨਿਰਧਨਤਾ ਨੂੰ ਵੇਖ ਕੇ ਅਤ ਚਿੰਤਾ ਚਿਤ ਮਹਿ ਬਿਖਲਾਏ, ਇਹ ਚਿੜਾ ਤੇ ਚਿੜੀ ਦੇ ਮਨ ਦੇ ਵਿੱਚ ਬੜੀ ਚਿੰਤਾ ਹੁੰਦੀ। ਉਹ ਨਿਰਧਨ ਗੁਰਸਿੱਖ ਦੇ ਘਰ ਦੀ ਦਰਿਦਰਤਾ, ਗਰੀਬੀ ਨੂੰ ਵੇਖ ਕੇ ਬੜੀ ਚਿੰਤਾ ਵਿਆਪਦੀ ਚਿੜਾ ਚਿੜੀ ਨੂੰ। ਹਿਰਦੇ ਵਿਚਾਰਤ ਬਿਪਤਾ ਹਰਵੇ, ਹਿਰਦੇ ਅੰਦਰ ਵਿਚਾਰਦੇ ਆ ਕਿ ਗੁਰਸਿੱਖ ਦੀ ਵਿਪਤਾ ਜਿਹੜੀ ਅਸੀਂ ਹਰੀਏ, ਕੀ ਯਤਨ ਕਰੀਏ ਜਿਵੇਂ ਗੁਰਸਿੱਖ ਦੀ ਇਹ ਦਰਿਦਰਤਾ ਨਾਸ ਹੋ ਜਾਵੇ। ਚਿਰਾ ਚਿਰੀ ਤਬ ਕੀਨ ਸਹਾਏ, ਤਾਂ ਚਿੜਾ ਤੇ ਚਿੜੀ ਨੇ ਸਹਾਇਤਾ ਕੀਤੀ ਏ ਨਿਰਧਨ ਗੁਰਸਿੱਖ ਦੀ। ਤਿਸ ਗ੍ਰਹਿ ਤੇ ਲੈ ਅੰਨ ਚੁੰਚ ਭਰ, ਇਸ ਗੁਰਸਿੱਖ ਦੇ ਘਰੇ ਜਿਹੜਾ ਥੋੜਾ ਬਹੁਤ ਅੰਨ ਹੁੰਦਾ, ਅਨਾਜ ਹੁੰਦਾ, ਉਹਨੂੰ ਆਪਣੀ ਚੁੰਝ ਦੇ ਵਿੱਚ ਭਰ ਕੇ ਤੇ ਲੈ ਕੇ ਉੱਡ ਜਾਂਦੇ। ਗੁਰ ਆਹਾਰ ਮਹਿ ਆਨ ਮਿਲਾਏ, ਤੇ ਗੁਰੂ ਕੇ ਲੰਗਰ ਦੇ ਵਿੱਚ ਲਿਆ ਕੇ ਮਿਲਾ ਦਿੰਦੇ। ਗੁਰੂ ਦੇ ਲੰਗਰ ਦੇ ਅਨਾਜ ਦੇ ਵਿੱਚ ਲਿਆ ਕੇ ਰਲਾ ਦਿੰਦੇ। ਕਿਤਕ ਦਿਵਸ ਮਹਿ ਸੰਪਦਾ ਧਨ ਅਰ, ਕਿਤਨੇ ਕੁ ਦਿਨਾਂ ਦੇ ਵਿੱਚ, ਕੋਈ ਬਹੁਤ ਲੰਮੇ ਸਮੇਂ ਵਿੱਚ ਨਹੀਂ, ਅਲਪੀ ਦਿਨਾਂ ਦੇ ਵਿੱਚ, ਥੋੜੇ ਸਮੇਂ ਦੇ ਵਿੱਚ ਉਹ ਨਿਰਧਨ ਗੁਰਸਿੱਖ ਦੇ ਘਰੇ ਬਹੁਤ ਸੰਪਦਾ ਪ੍ਰਾਪਤ ਹੋਈ। ਧਨ ਅਰ ਅੰਨ ਭਇਓ ਸਮੁਦਾਏ, ਧਨ ਵੀ ਬਹੁਤ ਆਇਆ, ਕਮਾਈ ਵਿੱਚ ਬਰਕਤ ਪੈ ਗਈ, ਬਹੁਤ ਕਮਾਈ ਹੋਣ ਲੱਗ ਪਈ। ਤੇ ਕਮਾਈ ਹੋਣੇ ਕਰਕੇ ਧਨ ਬਹੁਤ ਆਇਆ ਤੇ ਅੰਨ ਦੀ ਵੀ ਤਰੁੱਟੀ ਨਾ ਰਹੀ, ਅਨਾਜ ਵੀ ਬਹੁਤ ਹੋ ਗਿਆ। ਕਰ ਮਿਹਨਤ ਕੋ ਆਨ ਮਜੂਰੀ, ਮਿਹਨਤ ਕਰਕੇ ਗੁਰਸਿੱਖ ਆਪਣੀ ਦਸਾਂ ਨਵਾਂ ਦੀ ਕਿਰਤ ਕਰਕੇ, ਮਿਹਨਤ ਕਰਕੇ ਮਜ਼ਦੂਰੀ ਘਰੇ ਲਿਆਉਂਦਾ। ਜਿਸ ਤੇ ਅੰਨ ਲਿਆਏ ਗ੍ਰਹਿ ਮਾਹੇ, ਉਹਦੇ ਦੁਆਰਾ ਘਰ ਦੇ ਵਿੱਚ ਅੰਨ ਲਿਆਉਂਦਾ ਸੀ। ਆਪਣੀ ਕੋਈ ਦਸਾਂ ਨਵਾਂ ਦੀ ਕਿਰਤ ਕਰਕੇ ਜਿਹੜਾ ਥੋੜਾ ਬਹੁਤ ਅਨਾਜ ਪਹਿਲੋਂ ਲਿਆਉਂਦਾ ਸੀ। ਸੁਸਕ ਕਰਨ ਕੋ ਪਾਏ ਅਜਰ ਮਹਿ, ਉਹ ਅੰਨ ਨੂੰ ਸੁਕਾਉਣ ਵਾਸਤੇ ਜਦੋਂ ਵਿਹੜੇ ਵਿੱਚ ਪਾਉਂਦਾ ਸੀ, ਕੁਟਹਿ ਪੀਸਹਿ ਪੁਨ ਸੋ ਖਾਹੇ, ਫਿਰ ਕੁੱਟ ਕੇ ਉਹਨੂੰ ਪੀਸ ਕੇ ਤੇ ਫਿਰ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਭਰਦਾ ਸੀ। ਤਹਿ ਤੇ ਚੁੰਚ ਬਿਖੈ ਕੁਸ਼ਲੇ ਕਰ, ਉੱਥੋਂ ਹੀ ਵਿਹੜੇ ਵਿੱਚ ਚੁੰਝ ਭਰ ਕੇ ਥੋੜਾ ਜਿਹਾ, 2-4 ਦਾਣੇ ਅੰਨ ਦੇ
ਆਪਣੀ ਚੁੰਝ ਵਿੱਚ ਭਰ ਕੇ ਚਿੜਾ ਚਿੜੀ ਲੈ ਕੇ ਜਾਂਦੇ ਸੀ। ਮਮ ਸੰਗਤ ਕੇ ਲੰਗਰ ਮਾਹੇ, ਸਾਡੀ ਸੰਗਤ ਦੇ ਲੰਗਰ ਵਿੱਚ, ਭਾਵ ਗੁਰੂ ਦੀ ਸੰਗਤ ਜਿੱਥੇ ਲੰਗਰ ਪ੍ਰਸ਼ਾਦਾ ਛਕਦੀ, ਉਸ ਲੰਗਰ ਵਿੱਚ ਲਿਆ ਕੇ ਉਹ ਪਾਉਂਦੇ ਹਨ। ਸਿੱਖਿਅਨ ਜੋਤ ਮੈਂ ਭੋਜਨ ਕਰਹੁ, ਤੇ ਸਿੱਖਾਂ ਦੇ ਸੰਯੁਗਤ ਅਸੀਂ ਭੋਜਨ ਛਕਦੇ ਹਾਂ ਲੰਗਰ ਦੇ ਵਿੱਚੋਂ, ਕਿਉਂਕਿ ਸਤਿਗੁਰੂ ਜੀ ਸੰਗਤ ਦਾ ਰੂਪ ਹੈ, ਸੰਗਤ ਗੁਰਾਂ ਦਾ ਰੂਪ ਹੈ, ਵਿੱਚ ਸੰਗਤ ਹਰਿ ਪ੍ਰਭ ਵਸੈ ਜੀਓ। ਤੇ ਜਿੱਥੋਂ ਸੰਗਤ ਪ੍ਰਸ਼ਾਦਾ ਛਕਦੀ, ਸੰਗਤ ਦੇ ਵਿੱਚ ਬੈਠ ਕੇ ਅਸੀਂ ਪ੍ਰਸ਼ਾਦਾ ਛਕਦੇ ਹਾਂ। ਜਾਂ ਤੇ ਭਇਓ ਪੁੰਨ ਅਦਕਾਹੇ, ਇਸ ਵਾਸਤੇ ਉਹ ਗੁਰਸਿੱਖ ਨੂੰ ਭਾਰੀ ਵੱਡਾ ਪੁੰਨ ਫਲ ਪ੍ਰਾਪਤ ਹੋਇਆ। ਇਹ ਉਪਕਾਰ ਭਇਓ ਦਿਨ ਕੀਤਕ, ਕਿਤਨੇ ਕੁ ਦਿਨਾਂ ਵਿੱਚ ਜਦੋਂ ਇਹ ਉਪਕਾਰ ਹੋਇਆ ਉਸ ਗਰੀਬ ਗੁਰਸਿੱਖ ਦੇ ਉੱਪਰ, ਚਿੜਾ ਚਿੜੀ ਨੇ ਕਿੰਨੇ ਕੁ ਦਿਨਾਂ ਤੱਕ ਅਨਾਜ ਲਿਆ ਕੇ ਲੰਗਰ ਚ ਪਾਇਆ। ਜਿਵੇਂ ਜਿਵੇਂ ਪਾਉਂਦੇ ਉਹ ਘਰ ਵਿੱਚ ਬਰਕਤ ਆਉਂਦੀ ਜਾਂਦੀ, ਬਹੁਤ ਧਨ ਸੰਪਦਾ ਆ ਗਈ ਹੈ। ਭਈ ਸੰਪਦਾ ਤਿਸ ਗ੍ਰਹਿ ਆਏ, ਉਹ ਨਿਰਧਨ ਗੁਰਸਿੱਖ ਦੇ ਘਰੇ ਬਹੁਤ ਐਸ਼ਵਰਜ, ਬਹੁਤ ਸੰਪਤੀ ਪ੍ਰਾਪਤ ਹੋ ਗਈ ਹੈ। ਬਹੁ ਧਨ ਆਨ ਭਏ ਤੇ ਤਿਸਨੇ, ਜਦੋਂ ਘਰ ਵਿੱਚ ਬਹੁਤ ਧਨ ਆ ਗਿਆ ਤਾਂ ਉਹ ਗੁਰਸਿੱਖ ਨੇ ਛਪਰੀ ਤੋਰਾ ਆਪਣੀ ਥਾਏ, ਆਪਣੇ ਘਰ ਵਾਲੇ ਸਥਾਨ ਤੇ ਜਿੱਥੇ ਛਪਰੀ ਬੰਨੀ ਹੋਈ ਸੀ, ਉਹ ਛਪਰੀ ਚੋਂਦੀ ਸੀ ਮੀਂਹ ਪੈਣ ਤੋਂ, ਤੇ ਉਹਨੂੰ ਢਾਹ ਦਿੱਤਾ। ਉਹ ਛਪਰੀ ਜਿਹੜੀ ਤੋੜ ਦਿੱਤੀ ਹੈ ਕਿ ਹੁਣ ਤਾਂ ਗੁਰੂ ਨੇ ਧਨ ਦਿੱਤਾ ਤੇ ਸੋਹਣੇ ਮਕਾਨ ਪਾਈਏ। ਸੁੰਦਰ ਘਰ ਚਿਨਾਏ ਕਰ ਕੀਨਸ, ਸੋਹਣੇ ਤੇ ਸੁੰਦਰ ਘਰ ਚਿਨਾਏ ਆ, ਸੋਹਣੇ ਸੁੰਦਰ ਪੱਕੇ ਘਰ ਬਣਾਏ ਆ ਗੁਰਸਿੱਖ ਨੇ। ਬਸਹਿ ਬਸਹਿ ਤਹਾਂ ਆਨੰਦ ਉਪਜਾਏ, ਅਤੇ ਆਨੰਦਤਾ ਪੂਰਵਕ ਫਿਰ ਉੱਥੇ ਵਾਸ ਕਰਦਾ। ਬਸੈ ਤਾਂ ਆਨੰਦ ਉਪਜਾਏ, ਬੜੀ ਆਨੰਦ ਖੁਸ਼ੀ ਦੇ ਨਾਲ ਨਵੇਂ ਬਣਾਏ ਮੰਦਿਰ, ਜਿਹੜੇ ਮਕਾਨ ਹੈ, ਉਹਨਾਂ ਮਕਾਨਾਂ ਦੇ ਵਿੱਚ ਵਾਸ ਕਰਨ ਲੱਗਾ। ਚਿਰੀ ਚਿਰਾ ਤਬ ਅਪਰ ਥਾਨ ਮਹਿ, ਜਦੋਂ ਛੰਨ ਢਾਹ ਦਿੱਤੀ ਹੈ ਤਾਂ ਛਪਰੀ ਦੇ ਵਿੱਚ ਹੀ ਉਹ ਆਲਣਾ ਪਾ ਕੇ ਚਿੜੀ ਚਿੜਾ ਰਹਿੰਦੇ ਸੀ। ਤੇ ਜਦੋਂ ਪੱਕੇ ਮਕਾਨ ਬਣ ਗਏ ਆ ਤਾਂ ਉਹ ਜਿਹੜਾ ਚਿੜਾ ਤੇ ਚਿੜੀ ਸੀ, ਕੀਨ ਆਲਨ ਬ੍ਰਿਸ਼ ਬਛਾਏ, ਉਹਨਾਂ ਨੇ ਆਣ ਥਾਣ ਹੋਰ ਥਾਂ ਜਾ ਕੇ ਇੱਕ ਬ੍ਰਿਖਸ਼ ਤੇ ਆਲਣਾ ਪਾ ਲਿਆ ਤੇ ਉੱਥੇ ਰਹਿਣ ਲੱਗ ਪਏ ਆ। ਤਬ ਹੀ ਤੇ ਸੰਪਤ ਤਿਸ ਗ੍ਰਹਿ ਕੀ, ਤਦੋਂ ਤੋਂ ਹੀ, ਜਦੋਂ ਤੋਂ ਗੁਰੂ ਕੇ ਲੰਗਰ ਦੇ ਵਿੱਚੋਂ ਦਸਵੰਧ ਜਿਹੜਾ ਨਿਕਲਦਾ ਸੀ, ਜਿਹੜਾ ਅਨਾਜ ਜਾਂਦਾ ਸੀ ਗੁਰੂ ਕੇ ਲੰਗਰ ਦੇ ਵਿੱਚੋਂ, ਜਾਣੋਂ ਰੁਕ ਗਿਆ। ਤਾਂ ਤਦੋਂ ਤੋਂ ਜਿਹੜੀ ਸੰਪਦਾ ਸੀ, ਵਿਭੂਤੀ ਸੀ ਉਹ ਗੁਰਸਿੱਖ ਦੀ, ਸਨੈ ਸਨੈ ਹੋਈ ਬਿਨਸਾਏ, ਹੌਲੀ ਹੌਲੀ ਨਾਸ ਹੋਣ ਲੱਗ ਪਈ, ਕਿਉਂਕਿ ਗੁਰੂ ਕੇ ਲੰਗਰ ਵਿੱਚੋਂ ਅਨਾਜ ਜਾਣੋਂ ਰੁਕ ਗਿਆ। ਤਾਂ ਹੌਲੀ ਹੌਲੀ ਸੰਪਦਾ ਜਿਹੜੀ ਉਹ ਨਖੁੱਟਣ ਲੱਗੀ। ਲੰਗਰ ਅੰਸ਼ ਪਰਨ ਤੇ ਹਟ ਗਈ, ਲੰਗਰ ਵਿੱਚੋਂ ਅਨਾਜ ਦੀ ਅੰਸ਼ ਪੈਣੋਂ ਰੁਕ ਗਈ। ਤਿਸ ਕੋ ਫਲ ਕੈਸੇ ਪੁਨ ਪਾਏ, ਉਹਦਾ ਫਲ ਸਰੂਪ ਕਿਵੇਂ ਪ੍ਰਾਪਤ ਕਰ ਸਕਦਾ ਸੀ ਜਦੋਂ ਅਨਾਜ ਲੰਗਰ ਚ ਪੈਣੋਂ ਹੀ ਰੁਕ ਗਿਆ। ਭਇਓ ਅਧੀਨ ਦਾਰਦੀ ਹੋਇ ਕਰ, ਫੇਰ ਦਰਿਦਰਤਾ ਨੇ ਘੇਰ ਲਿਆ, ਨਿਰਧਨਤਾ ਗਰੀਬੀ ਨੇ ਘੇਰ ਲਿਆ। ਜਦ ਗਰੀਬੀ ਨੇ ਘੇਰ ਲਿਆ ਤੇ ਬਹੁਤ ਦੀਨ ਹੋ ਗਿਆ, ਆਜਿਜ਼ ਮਨ ਹੋ ਗਿਆ ਗੁਰਸਿੱਖ। ਆਏ ਪਰਿਓ ਹਮਰੀ ਸ਼ਰਨ ਆਏ, ਆਓ ਗੁਰਸਿੱਖ ਸਾਡੀ ਸ਼ਰਨ ਵਿੱਚ ਆ ਕੇ ਪਿਆ। ਗੁਰੂ ਹਰਿ ਸਾਹਿਬ ਜੀ ਕਹਿਣ ਲੱਗੇ, ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸ਼ਰਨ ਵਿੱਚ ਆ ਕੇ ਪਿਆ। ਹੇ ਪ੍ਰਭ ਤੂੰ ਬਿਨ ਕੋਈ ਨਾ ਰੱਖਿਅਕ, ਤੇ ਬੇਨਤੀ ਕਰਨ ਲੱਗਾ, ਸਤਿਗੁਰੂ ਜੀ ਤੁਹਾਡੇ ਤੋਂ ਬਿਨਾਂ ਸਾਡਾ ਕੋਈ ਰੱਖਿਅਕ ਨਹੀਂ, ਸਹਾਇਕ ਨਹੀਂ। ਕਰੋ ਕਿਰਪਾ ਅਬ ਬਨਹੁ ਸਹਾਏ, ਤੇ ਕਿਰਪਾ ਕਰੋ
ਤੇ ਸਹਾਇਕ ਬਣੋ, ਰੱਖਿਅਕ ਬਣੋ, ਸਹਾਇਤਾ ਕਰੋ। ਸਿੱਖ ਤੁਮਾਰੇ ਨਾਮ ਜਗਤ ਕਹਿ, ਸਾਰਾ ਜਗਤ ਕਹਿੰਦਾ ਹੈ ਸਾਨੂੰ ਕਿ ਤੁਹਾਡੇ ਸਿੱਖ ਹੈ, ਗੁਰੂ ਨਾਨਕ ਦੇਵ ਜੀ ਦੇ ਸਿੱਖ ਹੈ, ਗੁਰੂ ਨਾਨਕ ਦੇਵ ਜੀ ਦੀ ਨਾਨਕ ਨਾਮ ਲੇਵਾ ਸਿੱਖ ਸੰਗਤ ਹੈ। ਸਾਰਾ ਜਗਤ ਸਾਨੂੰ ਤੁਹਾਡੇ ਸਿੱਖ ਦੇ ਨਾਮ ਦੇ ਨਾਲ ਪੁਕਾਰਦਾ ਹੈ ਤੇ ਇਹ ਸਿੱਖ ਨਾਮ ਤੁਹਾਡੇ ਸਿੱਖ ਨਾਮ ਨੂੰ ਲੱਜਾ ਹੈ। ਇਸ ਕੀ ਲਾਜ ਆਪ ਕੋ ਹੋਏ, ਇਹਦੀ ਲੱਜਿਆ ਪਾਤਸ਼ਾਹ ਆਪ ਜੀ ਨੂੰ ਹੀ ਹੈ। ਹੁਣ ਕਿਰਪਾ ਕਰਕੇ ਲੱਜਾ ਰੱਖ ਲਓ। ਦਾਰਿਦ ਤੇ ਸੰਪਤ ਬੜ ਬਿਰਦੀ, ਪ੍ਰਥਮ ਵੀ ਬੜੀ ਦਰਿਦਰਤਾ ਸੀ, ਨਿਰਧਨਤਾ ਸੀ, ਗਰੀਬੀ ਸੀ। ਤੁਹਾਡੀ ਕਿਰਪਾ ਹੋਈ ਤੇ ਬੜੀ ਸੰਪਦਾ ਵੱਧ ਗਈ ਸੀ। ਆਪ ਜੀ ਦੀ ਕਿਰਪਾ ਦੇ ਨਾਲ ਬਹੁਤ ਐਸ਼ਵਰਜ ਸੰਪਦਾ ਵਿਭੂਤੀ ਪ੍ਰਾਪਤ ਹੋਈ। ਅਬ ਹੈ ਵਿਨਾਸ਼ਵਾਨ ਬਨ ਸੋਏ, ਹੁਣ ਉਹ ਸਾਰੀ ਵਿਨਾਸ਼ ਹੋ ਗਈ ਹੈ, ਸਾਰੀ ਸੰਪਦਾ ਫਿਰ ਨਿਖੁੱਟ ਗਈ ਹੈ। ਅਪਦਾ ਆਨ ਪਰੀ ਨਿਰਵਾਰ ਹੋ, ਬੜੀ ਵੱਡੀ ਆਪਦਾ ਕਹੀਏ ਵਿਪਤਾ ਆਣ ਪਈ ਹੈ। ਤੇ ਕਿਰਪਾ ਕਰਕੇ ਵਿਪਤਾ ਨੂੰ ਨਿਵਾਰੋ, ਵਿਪਤਾ ਨੂੰ ਕੱਟੋ। ਆਸ ਸਮਰੱਥ ਜੁਤ ਅਪਰ ਨਾ ਕੋਏ, ਐਸੀ ਸਮਰੱਥਾ ਸੰਯੁਗਤ ਆਪ ਜੀ ਤੋਂ ਬਿਨਾ ਕੋਈ ਦੂਤੀ ਨਹੀਂ ਹੈ। ਤੁਸੀਂ ਹੀ ਵਿਪਤਾ ਨੂੰ ਹਰਨ ਵਾਲੇ ਹੋ, ਸੰਕਟਾਂ ਨੂੰ ਕੱਟਣ ਵਾਲੇ ਹੋ, ਦਰਿਦਰਤਾ ਨੂੰ ਨਾਸ ਕਰਨ ਵਾਲੇ ਹੋ। ਜਥਾ ਚਾਹੋ ਤੁਮ ਤਥਾ ਰਚੋ ਪ੍ਰਭ, ਜਥਾ ਆਪ ਚਾਹੋ ਤਥਾ ਹੀ ਰਚ ਸਕਦੇ ਹੋ। ਇਹ ਦਰਿਦਰਤਾ ਨੂੰ ਦੂਰ ਕਰਨਾ ਤੇ ਤੁਹਾਡੇ ਇੱਕ ਛਿਨ ਮਾਤਰ ਦਾ ਵੀ ਕਰੋੜਵਾਂ ਹਿੱਸਾ ਜਿਹੜਾ ਹੈ ਨਾ ਉਹ ਵੀ ਕਾਫੀ ਹੈ ਇਹ ਦਰਿਦਰਤਾ ਨੂੰ ਨਾਸ ਕਰਨ ਵਾਸਤੇ। ਜੋ ਚਾਹੋ ਤਥਾ ਹੀ ਕਰ ਸਕਦੇ ਹੋ। ਰੱਖੋ ਕਿਸੇ ਕਿਸੇ ਦੇਹ ਖੋਏ, ਕਿਸੇ ਨੂੰ ਰੱਖ ਦਿਓ ਤੇ ਕਿਸੇ ਨੂੰ ਕੁਝ ਦਿੰਦੇ ਹੋ ਤੇ ਕਿਸੇ ਨੂੰ ਕੁਝ ਦਿੰਦੇ ਹੋ। ਸੋ ਕਿਰਪਾ ਕਰਕੇ ਆਪ ਜੀ ਸਾਡੀ ਪਤ ਆਬਰੋ ਰੱਖ ਲਓ। ਬਿਨਤੀ ਸੁਨ ਹਮਨੇ ਸਮਝਾਇਓ, ਕਿਸੇ ਦੇਹੋ ਖੋਏ, ਖੋਏ ਨਾਮ ਗਵਾਉਣਾ। ਕਿਸੇ ਦੇ ਕੋਲ ਧਨ ਰੱਖਦੇ ਹੋ, ਕਿਸੇ ਕੋਲੋਂ ਗਵਾ ਦਿੰਦੇ ਹੋ, ਅਥਵਾ ਕਿਸੇ ਨੂੰ ਰੱਖ ਲੈਂਦੇ ਹੋ, ਬਚਾ ਲੈਂਦੇ ਹੋ ਤੇ ਕਿਸੇ ਨੂੰ ਖੋਏ ਕੀ ਗਵਾ ਦਿੰਦੇ ਹੋ, ਨਾਸ ਕਰ ਦਿੰਦੇ ਹੋ। ਸਭ ਆਪ ਜੀ ਦੇ ਅਧੀਨ ਹੈ। ਬਿਨਤੀ ਸੁਨ ਹਮਨੇ ਸਮਝਾਇਓ, ਉਸ ਗਰੀਬ ਗੁਰਸਿੱਖ ਦੀ ਬੇਨਤੀ ਸੁਣ ਕੇ ਫਿਰ ਅਸਾਂ ਨੇ ਉਹਨੂੰ ਸਮਝਾਇਆ। ਹੁਣ ਸੰਪਦਾ ਕਾਰਨ ਜੋਏ, ਇਹ ਭਲਿਆ ਜਿਵੇਂ ਤੈਨੂੰ ਸੰਪਦਾ ਪ੍ਰਾਪਤ ਹੋਈ ਸੀ ਨਾ ਧਨ, ਉਹਦੀ ਪ੍ਰਾਪਤੀ ਦਾ ਜਿਹੜਾ ਕਾਰਨ ਹੈ ਉਹ ਵੀ ਸੁਣ ਲੈ। ਗੁਰ ਕੀ ਦੇਗ ਅੰਸ਼ ਤਵ ਘਰ ਤੇ, ਤੇਰੇ ਘਰ ਦੇ ਵਿੱਚੋਂ ਗੁਰੂ ਦੇ ਦੇਗ ਲੰਗਰ ਹੇਤੂ ਅੰਨ ਦੀ ਅੰਸ਼ ਆਉਂਦੀ ਸੀ। ਲਿਆਵਤ ਚਿਰਾਚਰੀ ਜੇ ਦੋਏ, ਜਿਹੜੇ ਤੇਰੇ ਘਰ ਵਿੱਚ ਚਾਲਣਾ ਪਾ ਕੇ ਚਿੜਾ ਤੇ ਚਿੜੀ ਰਹਿੰਦੇ ਸੀ ਨਾ, ਉਹ ਅੰਸ਼ ਲਿਆ ਕੇ ਤੇਰੇ ਘਰੋਂ ਲੰਗਰ ਚ ਪਾਉਂਦੇ ਸੀ ਅੰਨ ਦੀ। ਸਤ ਸੰਗਤ ਅਚਵਨ ਤੇ ਜਾਨੋ, ਸਤ ਸੰਗਤ ਦੇ ਅਚਵਨੇ ਕਰਕੇ, ਸਤ ਸੰਗਤ ਦੇ ਛਕਣੇ ਕਰਕੇ ਜਾਣਨਾ ਕਰ। ਤੋਹੇ ਸੰਪਦਾ ਪ੍ਰਾਪਤ ਸੋਏ, ਤੇ ਤੈਨੂੰ ਇਹ ਭਾਰੀ ਵੱਡੀ ਸੰਪਦਾ ਫਲ ਸਰੂਪ ਚ ਪ੍ਰਾਪਤ ਹੋਈ। ਛਪਰੀ ਤੋਰ ਗਏ ਸੇ ਅਨੰਤ, ਤੂੰ ਛਪੜੀ ਜਿਹੜੀ ਛਪਰੀ ਸੀ, ਛੰਨ ਸੀ, ਉਹ ਤੋੜ ਦਿੱਤੀ, ਨਵੇਂ ਮੰਦਰ ਮਕਾਨ ਬਣਾਏ ਤੇ ਉਹ ਚਿੜਾ ਤੇ ਚਿੜੀ ਹੋਰ ਸਥਾਨ ਤੇ ਜਾ ਕੇ ਆਲਣਾ ਪਾ ਕੇ ਰਹਿਣ ਲੱਗ ਪਏ ਆ, ਜਿਨ੍ਹਾਂ ਕਾਰਨ ਤੇਰੇ ਘਰੋਂ ਦੇਗ ਲੰਗਰ ਵਿੱਚ ਅੰਨ ਦੀ ਅੰਸ਼ ਆਉਂਦੀ ਸੀ, ਉਹ ਅੰਨ ਦੀ ਅੰਸ਼ ਆਉਣੋਂ ਹਟ ਗਈ, ਰੁਕ ਗਈ। ਨਹਿ ਅਬ ਕੁਨਕਾ ਆਵਨ ਹੋਏ, ਹੁਣ ਤੇਰੇ ਘਰ ਦੇ ਵਿੱਚੋਂ ਕੁਣਕਾ ਭਾਵ ਅਲਪ ਮਾਤਰ ਵੀ ਜਿਹੜਾ ਅੰਨ ਹੈ ਉਹ ਗੁਰੂ ਕੇ ਲੰਗਰ ਵਿੱਚ ਨਹੀਂ ਆਉਂਦਾ। ਜਿਸ ਕੀ ਚਾਹ ਸੰਪਦਾ ਹੋਵੈ, ਜਿਹਦੇ ਗੁਰਸਿੱਖ ਦੇ ਮਨ ਵਿੱਚ ਸੰਪਦਾ ਦੀ ਚਾਹਨਾ ਹੋਵੇ,
ਸੰਪत्ति ਦੀ ਇੱਛਾ ਹੋਵੇ ਕਿ ਮੇਰੇ ਘਰ ਬਹੁਤ ਧਨ ਧਨ ਹੋਵੇ। ਸਤ ਸੰਗਤ ਭੋਜਨ ਅਚਵਾਏ। ਉਹ ਭਾਈ ਸਤ ਸੰਗਤ ਨੂੰ ਭੋਜਨ ਛਕਾਵੇ, ਗੁਰਸਿੱਖਾਂ ਨੂੰ ਭੋਜਨ ਛਕਾਵੇ। ਜਥਾ ਸ਼ਕਤ ਥੋਰੀ ਮਹਿ ਥੋਰੋ। ਜਥਾ ਵੀ ਸ਼ਕਤ ਹੈ, ਜਿੰਨੀ ਵੀ ਸਮਰੱਥਾ, ਥੋੜੇ ਤੋਂ ਥੋੜਾ ਹੀ ਭਾਵੇਂ, ਅਲਪ ਤੋਂ ਅਲਪ ਹੀ, ਜਿੰਨੀ ਵੀ ਸਮਰੱਥਾ ਹੈ ਉਨਾ ਹੀ ਉਹ ਭੋਜਨ ਗੁਰਸਿੱਖਾਂ ਨੂੰ ਅਵਸ਼ ਹੀ ਛਕਾਵੇ। ਦੇ ਕਰ ਸੇਵਹਿ ਪ੍ਰੇਮ ਉਪਾਏ। ਇਹ ਬੜੇ ਪ੍ਰੇਮ ਨਾਲ, ਹਉਮੈ ਜਾਂ ਗਰਵ ਸੰਯੁਗਤ ਨਹੀਂ, ਬੜੇ ਸਨੇਹ ਨਿਮਰਤਾ ਤੇ ਪ੍ਰੇਮ ਦੇ ਨਾਲ ਸਤ ਸੰਗਤ ਨੂੰ ਗੁਰਸਿੱਖਾਂ ਨੂੰ ਭੋਜਨ ਛਕਾਵੇ। ਜਿੰਨੀ ਵੀ ਸਮਰੱਥਾ ਹੈ ਆਪਣੀ ਸਮਰੱਥਾ ਅਨੁਸਾਰ। ਤਿਸ ਕੀ ਜਾਏ ਸਹਾਏ ਕਰੋ ਮੈਂ। ਜਿਹੜਾ ਗੁਰਸਿੱਖ ਗੁਰਸਿੱਖਾਂ ਦੀ ਸੇਵਾ ਕਮਾਉਂਦਾ ਹੈ, ਸਤ ਸੰਗਤ ਨੂੰ ਭੋਜਨ ਛਕਾਉਂਦਾ ਹੈ, ਉਹਦੀ ਜਾ ਕੇ ਅਸੀਂ ਸਹਾਇਤਾ ਕਰਦੇ ਹਾਂ, ਉਹਦੀ ਜਾ ਕੇ ਅਸੀਂ ਰੱਖਿਆ ਕਰਦੇ ਹਾਂ। ਦਾਰਦ ਦੁਖ ਦਾ ਸਭ ਬਿਨਸਾਏ। ਉਸ ਗੁਰਸਿੱਖ ਦੀ ਦਰਿਦਰਤਾ, ਗਰੀਬੀ ਤੇ ਗਰੀਬੀ ਦਾ ਦੁੱਖ ਸਾਰਾ ਅਸੀਂ ਮੇਟ ਦਿੰਦੇ ਹਾਂ, ਨਾਸ ਕਰ ਦਿੰਦੇ ਹਾਂ। ਸੋ ਤੂੰ ਕਰ ਅਬ ਅੰਨ ਔਰ ਧਨ। ਸੋ ਗੁਰਸਿੱਖਾਂ ਹੁਣ ਤੂੰ ਉਹੀ ਕਰਮ ਕਰ, ਘਰ ਵਿੱਚੋਂ ਅੰਨ ਤੇ ਧਨ ਜਿਹੜਾ ਹੈ ਹੋਏ ਅਦਕ ਸੁਖ ਕੋ ਲਿਹੁ ਪਾਏ। ਉਹ ਅਦਕ ਹੋਵੇਗਾ ਤੇ ਭਾਰੀ ਵੱਡਾ ਸੁਖ ਵੀ ਤੈਨੂੰ ਪ੍ਰਾਪਤ ਹੋਵੇਗਾ। ਗੁਰੂ ਕੇ ਦੇਗ ਲੰਗਰ ਵਾਸਤੇ ਸਮਰੱਥਾ ਅਨੁਸਾਰ ਅੰਨ ਧਨ ਜਿਹੜਾ ਹੈ ਨਾ ਹਾਜ਼ਰ ਕਰਿਆ ਕਰ। ਜਾਂ ਤੇ ਕਿਰਤ ਧਰਮ ਕੀ ਕਰਕੇ। ਇਸ ਵਾਸਤੇ ਧਰਮ ਦੀ ਕਿਰਤ ਕਰਕੇ ਕਰਨਾ ਹੈ। ਪਾਪ ਦੀ ਕਿਰਤ ਕਰਕੇ ਗੁਰੂ ਕੇ ਲੰਗਰ ਵਿੱਚ ਦਿੱਤਾ ਅੰਨ ਜਿਹੜਾ ਹੈ ਨਾ ਉਹ ਫਲੀਭੂਤ ਨਹੀਂ ਹੁੰਦਾ। ਸਤੀ ਪਾਪ ਕਰ ਸਤ ਕਮਾਏ। ਸਤੀ ਜਿਹੜਾ ਹੈ ਆਪਣੇ ਆਪ ਨੂੰ ਦਾਨੀ ਕਹਿੰਦਾ ਹੈ ਤੇ ਪਾਪ ਕਰਕੇ ਧਨ ਕਮਾਇਆ ਤੇ ਗੁਰੂ ਕੇ ਲੰਗਰ ਵਿੱਚ ਪਾ ਕੇ ਕਹਿੰਦਾ ਹੈ ਕਿ ਮੈਂ ਪਾਪ ਮੁਕਤ ਵੀ ਹੋ ਗਿਆ ਤੇ ਹੁਣ ਮੈਨੂੰ ਫਲ ਵੀ ਮਿਲੇਗਾ। ਇਹ ਸੰਭਵ ਨਹੀਂ ਹੈ। ਦਸਨਵਾਂ ਦੀ ਕਿਰਤ ਕਰਕੇ ਆਪਣੀ ਕਿਰਤ ਦਾ ਜਿਹੜਾ ਹੈ ਨਾ ਧਨ ਜਾਂ ਅੰਨ ਉਹ ਜਿੰਨੀ ਵੀ ਸਮਰੱਥਾ ਉਹਦੇ ਅਨੁਸਾਰ ਗੁਰੂ ਕੇ ਲੰਗਰ 'ਚ ਹਾਜ਼ਰ ਕਰਨਾ। ਨਿਜ ਆਹਾਰ ਤੇ ਅੰਸ਼ ਚੁਸਾਏ। ਫਿਰ ਆਪਣਾ ਜਦੋਂ ਭੋਜਨ ਛਕਣਾ ਵੀ ਹੈ ਨਾ ਘਰ ਦੇ ਵਿੱਚ ਤਿਆਰ ਕਰਕੇ ਤੇ ਭੋਜਨ ਦੇ ਵਿੱਚੋਂ ਚੌਥਾਈ ਚੌਥਾ ਹਿੱਸਾ ਜਿਹੜਾ ਹੈ ਜੋ ਹੋਏ ਰੰਗ ਸੋ ਅਰਪੈ ਗੁਰ ਹਿਤ। ਜਿਹੜਾ ਰੰਗ ਹੈ ਗਰੀਬ ਹੈ ਉਹਨੂੰ ਗੁਰੂ ਦੇ ਨਿਮਿਤ ਛਕਾ ਦੇਵੇ। ਆਪਣੇ ਭੋਜਨ ਦੇ ਵਿੱਚੋਂ ਚੌਥਾ ਹਿੱਸਾ ਜਿਹੜਾ ਭੋਜਨ ਹੈ ਉਹ ਕਿਸੇ ਗਰੀਬ ਨੂੰ, ਕਿਸੇ ਭੁੱਖੇ ਨੂੰ ਭੋਜਨ ਛਕਾ ਦੇਵੇ। ਦਿਨ ਪ੍ਰਤ ਸੰਪਤ ਗ੍ਰਹਿ ਬਿਰਧਾਏ। ਜਿਹੜਾ ਗੁਰਸਿੱਖ ਇਸ ਤਰ੍ਹਾਂ ਕਿਰਤ ਕਰਦਾ ਹੈ ਉਹਦੇ ਘਰ ਦੇ ਵਿੱਚ ਬਹੁਤ ਸੰਪਦਾ ਵਧ ਆਉਂਦੀ ਹੈ ਸਰੂਪ ਮੇਰੂ ਸਤ ਸੰਗਤ। ਕਿਉਂਕਿ ਸਤ ਸੰਗਤ ਹੀ ਸਾਡਾ ਸਰੂਪ ਹੈ। ਸੋ ਅਚਵਹ ਮੁਝ ਕੋ ਪਹੁੰਚਾਏ। ਸਿੱਖ ਸੰਗਤਾਂ ਜੋ ਭੋਜਨ ਛਕਦੀਆਂ ਉਹ ਸਾਨੂੰ ਪ੍ਰਾਪਤ ਹੁੰਦਾ ਹੈ। ਹਲਤ ਪਲਤ ਸੁਧ ਰਹਿ ਤਿਸ ਸਿੱਖ ਕੇ। ਉਹ ਗੁਰਸਿੱਖ ਦੇ ਹਲਤ ਤੇ ਪਲਤ ਲੋਕ ਤੇ ਪ੍ਰਲੋਕ ਸੁਧਰ ਜਾਂਦਾ ਹੈ। ਕਰ ਭੋਜਨ ਕੋ ਸਿੱਖ ਅਚਵਾਏ। ਜਿਹੜਾ ਭੋਜਨ ਤਿਆਰ ਕਰਕੇ ਗੁਰਸਿੱਖਾਂ ਨੂੰ ਸਤ ਸੰਗਤ ਨੂੰ ਛਕਾਉਂਦਾ ਉਹਦਾ ਲੋਕ ਵੀ ਸੁਖੀਆ ਹੋ ਜਾਂਦਾ ਹੈ। ਲੋਕ ਵਿੱਚ ਵੀ ਅੰਨ ਧਨ ਦੀ ਤਰੁੱਟੀ ਨਹੀਂ ਰਹਿੰਦੀ ਤੇ ਪ੍ਰੇਮ ਸੰਯੁਗਤ ਜਿਹੜਾ ਭੋਜਨ ਛਕਾਉਂਦੇ ਆ, ਨਾਮ ਜਪਦਾ ਉਹਦਾ ਪਲਤ ਵੀ, ਉਹਦਾ ਪਰਲੋਕ ਵੀ ਸਬਰ ਜਾਂਦਾ ਹੈ। ਸਭਾ ਵਿਖੈ ਗੁਰ ਸਭਨ ਸੁਨਾਈ। ਇਹ ਸਭਾ ਦੇ ਵਿੱਚ, ਦੀਵਾਨ ਦੇ ਵਿੱਚ ਸਤਿਗੁਰਾਂ ਇਹ ਗਾਥਾ ਸਾਰੀ ਸੰਗਤ ਨੂੰ ਸੁਣਾਈ ਹੈ। ਕਰੋ ਸਦਾ ਇਸ ਬਿਦ ਕੀ ਕਾਰ। ਸੋ ਗੁਰਸਿੱਖੋ ਇਸ ਤਰ੍ਹਾਂ ਦੀ ਕਾਰ ਕਰਿਆ ਕਰੋ। ਦਸਾਂ ਨਵਾਂ ਦੀ ਕਿਰਤ ਕਰਨੀ ਹੈ, ਪਾਪ ਦੀ ਕਿਰਤ ਨਹੀਂ ਕਰਨੀ। ਤੇ ਦਸਾਂ ਨਵਾਂ ਦੀ ਕਿਰਤ ਦੇ ਵਿੱਚੋਂ ਅਲਪ ਤੋਂ ਅਲਪ ਵੀ ਗੁਰੂ ਕੇ ਲੰਗਰ ਵਿੱਚ ਦਿੱਤਾ ਅੰਨ ਧਨ ਜਿਹੜਾ ਹੈ ਨਾ ਉਹ
ਬਹੁਤ ਗੁਣਾ ਫਲੀਭੂਤ ਹੁੰਦਾ ਹੈ। ਜੋ ਮੁਝ ਅਰਪ ਹੈ ਸ਼ਰਧਾ ਔਰ ਧਰ, ਹਿਰਦੇ ਅੰਦਰ ਸ਼ਰਧਾ ਧਾਰਨ ਕਰਕੇ ਪ੍ਰੇਮ ਸੰਯੁਗਤ ਜਿਹੜਾ ਸਾਨੂੰ ਅਰਪਦਾ ਹੈ, ਹੋਏ ਸਹੰਸ ਗੁਨਾ ਵਿਸਥਾਰ। ਹਜ਼ਾਰਾਂ ਗੁਣਾ ਉਹਦਾ ਵੱਧਦਾ ਹੈ। ਜੇ ਦਸਾਂ ਨੌਂ ਦੀ ਕਿਰਤ ਵਿੱਚੋਂ ਦਸਵੰਧ ਦਸਵਾਂ ਹਿੱਸਾ ਗੁਰੂ ਨੂੰ ਅਰਪਣ ਕਰਦਾ ਹੈ, ਤੇ ਗੁਰੂ ਉਹਦਾ ਦਸਵਾਂ ਹਿੱਸਾ ਲੈ ਕੇ ਵੀ ਸੰਗਤ ਵਿੱਚ ਛਕਾ ਕੇ ਵੀ ਹਜ਼ਾਰਾਂ ਗੁਣਾ ਗੁਰਸਿੱਖ ਨੂੰ ਦਿੰਦੇ ਆ। ਹਜ਼ਾਰਾਂ ਗੁਣਾ ਦਸਵੰਧ ਉਹਦਾ ਫਲੀਭੂਤ ਹੁੰਦਾ ਹੈ। ਥੋਰੂ ਬਹੁਤ ਵਿਚਾਰ ਨਾ ਕਾਈ, ਤੇ ਥੋੜੋ ਬਹੁਤ, ਥੋੜੇ ਜਾਂ ਬਹੁਤ ਦੀ ਵਿਚਾਰ ਨਹੀਂ ਕੋਈ। ਜਥਾ ਸਖਤ ਅਰ ਪ੍ਰੇਮ ਮਝਾਰ। ਜਥਾ ਵੀ ਸ਼ਕਤੀ ਹੈ। ਐਸਾ ਨਹੀਂ ਕਿ ਜੇ ਬਹੁਤਾ ਨਹੀਂ ਹੈ ਤੇ ਹੁਣ ਥੋੜਾ ਕਿਵੇਂ ਅਰਪਣ ਕਰਾਂ। ਇਥੇ ਕੌਡੀ ਵੀ ਭਾਵਨੀ ਭਗਤ ਪਾਏ, ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸੋ ਚਾਹੇ ਅਲਪ ਤੋਂ ਅਲਪ, ਥੋੜੇ ਤੋਂ ਥੋੜਾ ਵੀ ਜਿਹੜਾ ਭਾਵਨਾ ਸੰਯੁਗ ਤਰਪਣ ਕਰਦਾ ਸੰਗਤ ਨੂੰ, ਗੁਰਸਿੱਖ ਨੂੰ, ਇਸ ਮਹਿ ਭਲੋ ਆਪਨੋ ਜਾਣੈ, ਇਹਦੇ ਵਿੱਚ ਹੀ ਆਪਣਾ ਭਲਾ ਜਾਣੇ। ਤੇ ਪ੍ਰਾਪਤ ਜਿਹ ਭਾਗ ਉਦਾਰ। ਜਿਹਦੇ ਉਦਾਰ ਸ੍ਰੇਸ਼ਟ ਲੈ ਵੱਡੇ ਭਾਗ ਹੈ ਨਾ, ਉਹਨੂੰ ਹੀ ਇਹ ਫਲ ਸਰੂਪ ਪ੍ਰਾਪਤ ਹੁੰਦਾ ਹੈ। ਅਰਥਾਤ ਉਹਨੂੰ ਹੀ ਇਹ ਦਸਾਂ ਨਵਾਂ ਦੀ ਕਿਰਤ ਕਰਕੇ ਗੁਰੂ ਦੇ ਨਿਮਿਤ ਜਿਹੜਾ ਅੰਨ ਧਨ ਅਰਪਣ ਕਰਨਾ ਇਹ ਪ੍ਰਾਪਤ ਹੁੰਦਾ, ਕਿਉਂਕਿ ਇਹ ਬਿਨਾਂ ਵੱਡਿਆਂ ਭਾਗਾਂ ਤੋਂ ਵੀ ਕਾਰਜ ਸੰਭਵ ਨਹੀਂ ਹੈ। ਸੋ ਵੱਡੇ ਭਾਗ ਜਾਗਣ ਤੇ ਤਾਂ ਹੀ ਭਾਈ ਦਸਾਂ ਨਵਾਂ ਦੀ ਕਿਰਤ ਵਿੱਚੋਂ ਗੁਰੂ ਦੇ ਨਿਮਿਤ ਦਸਵੰਧ ਨਿਕਲਦਾ, ਤੇ ਜਿਹੜਾ ਦਸਵੰਧ ਕੱਢਦਾ ਕਮਾਈ ਚੋਂ ਕੱਢਿਆ ਦਸਵਾਂ ਹਿੱਸਾ ਗੁਰੂ ਸਾਹਿਬ ਜੀ ਹਜ਼ਾਰਾਂ ਗੁਣਾ ਫਿਰ ਫਲੀਭੂਤ ਕਰਕੇ ਗੁਰਸਿੱਖ ਨੂੰ ਨਿਹਾਲ ਕਰਦੇ ਆ। ਸੋ ਗੁਰਸਿੱਖੋ, ਜੇ ਤੁਸੀਂ ਕਹਿੰਦੇ ਹੋ ਕਿ ਨਿਰਧਨ ਕਿਵੇਂ ਸੇਵਾ ਕਰੇ, ਜਿੰਨੀ ਵੀ ਉਹਦੇ ਕੋਲ ਸਮਰੱਥ ਹੈ, ਜਿਤਨੀ ਵੀ ਉਹਦੇ ਕੋਲ ਸ਼ਕਤੀ ਹੈ, ਅਲਪ ਤੋਂ ਅਲਪੀ ਗੁਰੂ ਦੇ ਨਿਮਿਤ ਸੰਗਤ ਵਿੱਚ ਗੁਰਸਿੱਖਾਂ ਨੂੰ ਭੋਜਨ ਛਕਾਵੇ, ਤਾਂ ਦਸਾਂ ਨੌਂ ਦੀ ਕਿਰਤ ਵਿੱਚੋਂ ਇਹ ਕੀਤਾ ਹੋਇਆ ਜਿਹੜਾ ਉਪਕਾਰ ਹੈ, ਭਾਵ ਕੱਢਿਆ ਹੋਇਆ ਜਿਹੜਾ ਦਸਵੰਧ ਹੈ, ਫਿਰ ਐਸਾ ਹਜ਼ਾਰਾਂ ਗੁਣਾ ਫਲੀਭੂਤ ਹੁੰਦਾ ਕਿ ਉਹ ਗੁਰਸਿੱਖ ਦਾ ਲੋਕ ਵੀ ਸੁਧਰ ਜਾਂਦਾ ਹੈ, ਤੇ ਲੋਕ ਦੇ ਨਾਲ ਨਾਲ ਦਸਾਂ ਨੌਂ ਦੀ ਧਰਮ ਦੀ ਕਿਰਤ ਕਰਨ ਵਾਲੇ ਦਾ, ਨਾਮ ਜਪਣ ਵਾਲੇ ਦਾ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਸੋ ਸੰਤ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਸ਼ ਬੁੱਧੀ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪ੍ਰਲੋਕ ਸੁਹੇਲੇ ਕਰਨ। ਥੋਰੂ ਬਹੁਤ ਵਿਚਾਰ ਨਾ ਕਾਈ, ਜਥਾ ਸਖਤ ਅਰ ਪ੍ਰੇਮ ਉਜਾਰ। ਇਸ ਮੈਂ ਭਲੋ ਆਪਨੋ ਜਾਣੈ, ਤੇ ਪ੍ਰਾਪਤ ਜੇ ਭਾਗ ਉਦਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे जुत हे पार ब्रह्म नासी आगनास, हे पूर्ण हे सर्वमय दुख भंजन गुणतास। हे संगी हे निरंकार हे निर्गुण सब टेक। हे गोविंद हे गुण निधान जागै सदा विवेक। हे परंपरा हरे अभी होनहार। हे संत कै सदा संग निधारा आधार। हे ठाकुर दास रो निर्गुण गुण नहीं कोय, नानक दीजा नाम दान राखिए परोए। आवे प्रभु शरणागति कृपा निध दयाल। एक अखर हर मन बसतो नानक होत निहाल। वाहिगुरु नाम जहाज है चढ़े सूत्र पार। जो श्रद्धा कर सेव वाहिगुरु पार उतारन हार।
ਹਾਰ ਜੋ ਸਰਦਾ ਕਰ ਸੇਵਿੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਕੇ ਕਰਗ ਜਾਏ ਫਤਿਹ ਪਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਅਕਾਲ ਦੇਖ ਤੇਗ ਫਤਿਹ ਗੁਰੂ ਖਾਲਸੇ ਦੀ ਹਰਮਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ।